ਕੁਲਵਿੰਦਰ ਸਿੰਘ ਮਲੋਟ ਦੁਆਰਾ ਅਨੁਵਾਦਿਤ ਪੁਸਤਕ ਮੈਂ ਲਕਸ਼ਮੀ ਮੈਂ ਹੀਜੜਾ 7ਵਾਂ ਅੰਗ। ਹੁਣ ਮੈਂ ਆਪਣਾ ਬਹੁਤਾ ਸਮਾਂ ਹੀਜੜਿਆਂ ਨਾਲ ਬਿਤਾਉਣ ਲੱਗੀ। ਮੈਂ ਕਿਤਾਬ ਲਿਖਣ ਲਈ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਇਸ ਕਰਕੇ ਆਖਦੀ ਹਾਂ ਕਿ ਮੈਨੂੰ ਉਹਨਾਂ ਦੇ ਸਮੂਹ ਦਾ ਅੰਗ ਹੋਣ ਦਾ ਮਾਣ ਹੈ। ਮੈਂ ਜਾਣਿਆ ਕਿ ਮਹਾਭਾਰਤ ਵਿੱਚ ਅਰਜਨ ਬ੍ਰੋਹਨਾਡਾ ਬਣ ਜਾਂਦਾ ਸੀ। ਮੈਨੂੰ ਪਤਾ ਲੱਗਾ ਕਿ ਖੁਜਾਸ ਲੋਕ ਰਾਜਿਆਂ ਦੇ ਹਰਮ ਦੇ ਰੱਖਿਅਕ ਹੁੰਦੇ ਸਨ। ਇਹ ਵੀ ਪਤਾ ਚੱਲਿਆ ਕਿ ਸ਼ਬਨਮ ਮਾਸੀ ਮੱਧ ਪ੍ਰਦੇਸ਼ ਦੀ ਪਹਿਲੀ MLA ਹੈ ਜੋ ਸਾਡੇ 'ਚੋਂ ਸਭ ਤੋਂ ਪਹਿਲਾਂ ਰਾਜਨੀਤੀ 'ਚ ਆਈ। 3 ਹਫ਼ਤਿਆਂ ਬਾਅਦ ਮੈਂ ਹੀਜੜਾ ਬਣ ਗਈ। ਮੁਹੱਰਮ ਸਮੇਂ ਮੁਹੱਰਮ ਦੀ ਤੀਜ ਦਾ ਸਾਡੇ ਹੀਜੜਿਆਂ ਲਈ ਬਹੁਤ ਮਹੱਤਵ ਹੁੰਦਾ ਹੈ। ਰਿਵਾਜ ਅਨੁਸਾਰ 10 ਹੀਜੜੇ ਮੇਰੇ ਚੇਲੇ ਬਣ ਗਏ ਅਤੇ ਮੈਂ ਉਹਨਾਂ ਦੀ ਚੋਣ ਕੀਤੀ, ਜਿਹਨੂੰ ਚਟਾਈ ਆਖਦੇ ਹਨ। ਉਹਨਾਂ 'ਚ ਸੁਭੱਦਰਾ, ਵਿੰਨੀ, ਸ਼ੀਬਾ, ਰੀਟਾ, ਹਰਸ਼ਾ ਅਤੇ ਨੀਟਾ ਸਨ। ਸ਼ਬਨਮ ਦੀ ਚੇਲੀ ਨੀਤਿਕਾ ਵੀ ਮੇਰੀ ਚੇਲੀ ਬਣਨਾ ਚਾਹੁੰਦੀ ਸੀ, ਪਰ ਮੈਂ ਉਹਨੂੰ ਗੁਰਭਾਈ ਬਣਾਇਆ। ਮੇਰੇ ਚੇਲੇ ਉਹਦੇ ਚੇਲੇ ਸਨ ਅਤੇ ਮੈਂ ਨਾਨੀ ਬਣ ਗਈ ਅਤੇ ਫਿਰ ਪੜਨਾਨੀ। ਸੁਭੱਦਰਾ ਮੇਰੀ ਸਭ ਤੋਂ ਵੱਡੀ ਚੇਲੀ ਸੀ। ਅਸਲ 'ਚ ਮੇਰੇ ਤੋਂ ਉਮਰ ਵਿੱਚ ਵੀ ਵੱਡੀ ਸੀ। ਉਹਦੇ ਚੇਲੇ ਤੁਲਸੀ, ਰਾਜਸ਼੍ਰੀ, ਕ੍ਰਿਸ਼ਨਾ, ਦਾਮਿਨੀ, ਨੀਟਾ, ਸ਼ਾਹੀਨ, ਮੁਰਗੀ, ਕਮਲ, ਅੰਜੂ ਅਤੇ ਮੁਸਕਾਨ ਸਨ। ਮੇਰਾ ਪਰਿਵਾਰ ਤੇਜ਼ੀ ਨਾਲ ਵਧ ਰਿਹਾ ਸੀ। ਮੈਂ ਆਪਣੇ ਪਰਿਵਾਰ ਦੀ ਮੁਖੀ ਸੀ, ਉਹਨਾਂ ਦੀ ਗੁਰੂ। ਸਾਰੇ ਖੜੇ ਗਾਉਂ ਝੀਲ ਕੋਲ ਪਸ਼ੂਆਂ ਦੇ ਵਾੜੇ ਕੋਲ ਰਹਿੰਦੇ ਸੀ। ਇਹ ਮੇਰਾ ਹੀਜੜਾ ਖਾਨਾ ਸੀ। ਇਹਨਾਂ 'ਚੋਂ ਕੁਝ ਲੜਕੀਆਂ ਬਾਰ ਡਾਂਸਰਾਂ ਸਨ, ਕੁਝ ਸੈਕਸ ਵਰਕਰ ਸਨ, ਬਾਕੀ ਅਜੇ ਵੀ ਬੱਚਾ ਹੋਣ ਜਾਂ ਵਿਆਹ ਸਮੇਂ ਵਧਾਈ ਲੈਂਦੀਆਂ ਸਨ। ਬਹੁਤੇ ਐਕਸ਼ਨ ਗੁਆਂਢ ਸ਼ੀਲਫਤਾ ਵਿਖੇ ਹੀ ਵਾਪਰਦੇ। ਦੂਜੇ ਪਾਸੇ ਮੈਂ ਆਪਣੇ ਪਰਿਵਾਰ ਨਾਲ ਵੀ ਲਗਾਤਾਰ ਰਹਿੰਦੀ ਰਹੀ। ਮੇਰੇ ਮਾਪਿਆਂ ਦਾ ਹੁਣ ਮੇਰੇ ਨਾਲ ਗੁੱਸਾ ਨਹੀਂ ਸੀ ਰਿਹਾ। ਅਸੀਂ ਇੱਕ ਦੂਜੇ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਸੀ। ਸਾਡਾ ਪਰਿਵਾਰ ਉਹਨਾਂ 'ਚੋਂ ਨਹੀਂ ਸੀ ਜੋ ਸਦਾ ਲਈ ਗੁੱਸਾ ਦਿਲ 'ਚ ਪਾਲੀ ਰੱਖਦੇ। ਅਸੀਂ ਸਪਸ਼ਟਵਾਦੀ ਸੀ। ਅਸੀਂ ਇੱਕ ਦੂਜੇ ਨੂੰ ਆਪਣੀ ਪਸੰਦ ਜਾਂ ਨਾਪਸੰਦ ਖੁੱਲ੍ਹ ਕੇ ਦੱਸ ਦਿੰਦੇ। ਭਾਵੇਂ ਮੈਂ ਹੁਣ ਹੀਜੜਾ ਸੀ, ਪਰ ਮੈਂ ਆਪਣੀਆਂ ਹੋਰ ਗਤੀਵਿਧੀਆਂ ਬੰਦ ਨਹੀਂ ਕੀਤੀਆਂ। ਮੇਰਾ ਮਾਡਲ ਕੋਆਰਡੀਨੇਸ਼ਨ ਦਾ ਕੰਮ ਅਤੇ ਡਾਂਸ ਕਲਾਸਾਂ ਨਿਰੰਤਰ ਚੱਲਦੀਆਂ ਰਹੀਆਂ। ਕਦੇ ਮੈਂ ਉਲਾਸਨਗਰ ਬਾਰ 'ਚ ਨੱਚਣ ਜਾਂਦੀ। ਜਦੋਂ ਮੈਂ ਉੱਥੋਂ ਵਾਪਸ ਆਉਂਦੀ ਸੀ ਤਾਂ ਸ਼ੀਲਫਤਾ ਵਿਖੇ ਰੁਕਦੀ। ਮੈਂ ਸ਼ੀਲਫਤਾ ਅਤੇ ਹੋਰ ਹੀਜੜਿਆਂ ਨਾਲ ਮੌਜ ਮਸਤੀ ਕਰਦੀ। ਸਮੁੱਚੇ ਤੌਰ 'ਤੇ ਜ਼ਿੰਦਗੀ ਚੰਗੀ ਚੱਲ ਰਹੀ ਸੀ ਅਤੇ ਮੈਨੂੰ ਮਾਣ ਸੀ ਕਿ ਮੈਂ ਹੀਜੜਾ ਹਾਂ। ਸਾਡੇ ਗਰੁੱਪ ਵਿੱਚੋਂ ਕੇਵਲ ਸੰਗੀਤਾ, ਮਰਦਾਨਾ ਅਤੇ ਵਰਦਾਨ ਹੀ ਧੰਦਾ ਕਰਦੇ ਸਨ। ਪੁਲਿਸ ਨੇ ਛੇਤੀ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕੁੜੀਆਂ ਅਤੇ ਸਿਪਾਹੀਆਂ ਵਿਚਾਲੇ ਗਹਿ ਗੱਚ ਲੜਾਈ ਹੋਈ ਅਤੇ ਪੁਲਿਸ ਉਹਨਾਂ ਨੂੰ ਸ਼ੀਲਫਤਾ ਦੇ ਥਾਣੇ ਲੈ ਗਈ। ਭਾਵੇਂ ਲੜਕੀਆਂ ਮੇਰੀਆਂ ਚੇਲੀਆਂ ਨਹੀਂ ਸੀ, ਸਾਰੀਆਂ ਵਾਂਗ ਹੀਜੜਾ ਸਨ ਅਤੇ ਪੁਲਿਸ ਦਾ ਇਹਨਾਂ ਪ੍ਰਤੀ ਵਿਹਾਰ ਬਹੁਤ ਵਹਿਸ਼ੀਆਨਾ ਰਿਹਾ। ਮੈਂ ਉਹਨਾਂ ਦੇ ਪਿੱਛੇ ਸ਼ੀਲਫਤਾ ਗਈ, ਬਗਾਵਤ ਕਰ ਦਿੱਤੀ। ਇਹ ਮਦਦ ਉਹਨਾਂ ਦੇ ਹੀਜੜੇ ਹੋਣ ਵਜੋਂ ਹੀ ਕੀਤੀ, ਕਿਉਂਕਿ ਜਨਤਾ ਸਾਨੂੰ ਮੁਸ਼ਕਿਲਾਂ ਖੜੀਆਂ ਕਰਨ ਵਾਲੇ ਹੀ ਸਮਝਦੀ ਹੈ। ਆਪਣੀ ਮਰਜ਼ੀ ਨਾਲ ਸਾਡੇ ਨਾਲ ਪੰਗਾ ਲੈਣ ਤੋਂ ਬਚਦੀ ਹੈ। ਉਹ ਵੀ ਸਿਪਾਹੀਆਂ ਵਾਂਗ ਹੀ ਹੈ। ਅਖੀਰ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਘਰ ਜਾਣ ਦਿੱਤਾ। ਪੁਲਿਸ ਨਾਲ ਦਸਤ ਪੰਜਾ ਲੈਣ ਕਰਕੇ ਜ਼ਿੰਦਗੀ ਨੇ ਇੱਕ ਵਾਰ ਇਹ ਵਿਚਾਰ ਦਿੱਤਾ ਕਿ ਇਸ ਤੋਂ ਬਾਅਦ ਦੇ ਸਾਲਾਂ ਵਿੱਚ ਇੱਕ ਲੀਡਰ ਵਜੋਂ ਕੰਮ ਕਰਾਂਗੀ। ਇਹ ਜ਼ਿੰਦਗੀ ਦੀ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀ ਹੋਏਗੀ। ਸੁਭੱਦਰਾ ਮੇਰਾ ਸੀਨੀਅਰ ਚੇਲਾ ਮੇਰਾ ਹੀ ਦੂਜਾ ਰੂਪ ਸੀ। ਉਹ ਮੰਗਲੌਰ, ਦੱਖਣੀ ਭਾਰਤ ਤੋਂ ਸੀ। ਅਸੀਂ ਇੱਕ ਦੂਜੇ ਨਾਲ ਬਹੁਤ ਮਿਲਦੇ ਜੁਲਦੇ ਸੀ। ਭਾਵੇਂ ਸੁਭੱਦਰਾ ਮੇਰੇ ਤੋਂ ਵੱਡੀ ਸੀ, ਉਹ ਮੈਨੂੰ ਆਪਣਾ ਗੁਰੂ ਆਖਦੀ ਸੀ। ਹੀਜੜਾ ਲੋਕਾਂ 'ਚ ਗੁਰੂ ਥੋੜ੍ਹਾ ਉਮਰ 'ਚ ਛੋਟਾ ਹੋਣਾ ਹੁੰਦਾ ਹੈ ਅਤੇ ਸਿਆਣਪ ਵਿੱਚ ਜ਼ਿਆਦਾ ਵੱਡਾ। ਦਸੰਬਰ ਆ ਗਿਆ। ਹੀਜੜੇ ਵਿਜਰੇਸ਼ਵਰੀ ਵਿੱਚ ਨਵੇਂ ਸਾਲ ਦੀ ਸੰਧਿਆ ਨੂੰ ਮਨਾਉਣਾ ਚਾਹੁੰਦੇ ਸੀ। ਭਾਵੇਂ ਮੇਰੀ ਡੂੰਘੀ ਦਿਲਚਸਪੀ ਨਹੀਂ ਸੀ, ਪਰ ਉਹ ਇਸ ਜਿੱਦ 'ਤੇ ਅੜੇ ਹੋਏ ਸੀ ਕਿ ਮੈਂ ਉਹਨਾਂ ਨਾਲ ਜਾਵਾਂ। ਮੈਨੂੰ ਮਜਬੂਰ ਕੀਤਾ ਜਾ ਰਿਹਾ ਸੀ। ਮੈਂ 31 ਦਸੰਬਰ ਨੂੰ ਬਾਅਦ ਦੁਪਹਿਰ ਵਾਪਸ ਮੁੜੀ ਅਤੇ ਮੈਂ ਉਹਨਾਂ ਨੂੰ ਵਿਜਰੇਸ਼ਵਰੀ ਵੱਲ ਜਾਣ ਲਈ ਆਖਿਆ। ਵਚਨ ਸੀ ਜਿਹਨੂੰ ਮੈਂ ਪੂਰਾ ਕੀਤਾ। ਉੱਥੇ ਅਸੀਂ ਅੱਧੀ ਰਾਤ ਤੱਕ ਗਾਉਂਦੇ, ਨੱਚਦੇ ਅਤੇ ਖਾਂਦੇ ਪੀਂਦੇ ਰਹੇ। ਅਗਲੀ ਸਵੇਰ ਸਵਖਤੇ ਹੀ ਮੈਂ ਹੈਦਰਾਬਾਦ ਦੇ ਪ੍ਰੋਗਰਾਮ ਲਈ ਫਲਾਈਟ ਲਈ। ਉਹ ਮੈਨੂੰ ਰੋਕ ਨਾ ਸਕੀਆਂ। ਵੱਖ ਹੋਣ 'ਤੇ ਪਹਿਲਾਂ ਸੁਭੱਦਰਾ ਨੇ ਉਹ ਕੱਪੜੇ ਪਾਉਣ 'ਤੇ ਜ਼ੋਰ ਦਿੱਤਾ ਜੋ ਨਵੇਂ ਬ੍ਰਾਂਡ ਦੀ ਸੀ। ਮੈਂ ਅਣਮੰਨੇ ਮਨ ਨਾਲ ਬਦਲ ਕੇ ਇੱਕ ਡਰੈਸ ਉਹਨੂੰ ਸੌਂਪ ਦਿੱਤੀ। 2 ਜਨਵਰੀ ਨੂੰ ਸੁਭੱਦਰਾ ਨੇ ਮੇਰੀ ਨਵੀਂ ਡਰੈਸ ਪਹਿਨ ਲਈ ਅਤੇ ਸੈਕਸ ਵਰਕ ਲਈ ਚਲੀ ਗਈ। ਉਹ ਮੁੜ ਕਦੇ ਵਾਪਸ ਨਾ ਆਈ। ਮੈਂ ਹੈਦਰਾਬਾਦ ਤੋਂ ਵਾਪਸ ਭੱਜੀ ਆਈ। ਲੋਕਲ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਤੀ। ਸੁਭੱਦਰਾ ਗੁੰਮ ਹੋ ਗਈ ਸੀ। ਹੁਣ ਪੁਲਿਸ ਸਾਡੇ ਪਿੱਛੇ ਪੈ ਗਈ। ਉਹ ਸਾਡੇ ਵੱਲ ਸ਼ੱਕੀ ਅਤੇ ਪੱਖਪਾਤੀ ਨਜ਼ਰਾਂ ਨਾਲ ਦੇਖਦੀ ਅਤੇ ਸਵਾਲ ਦਰ ਸਵਾਲ ਕਰਦੀ। ਮੈਂ ਪੁਲਿਸ ਨੂੰ ਬੇਨਤੀ ਕੀਤੀ ਕਿ ਸਾਡੇ ਪ੍ਰਤੀ ਹੀਜੜਿਆਂ ਵਾਂਗ ਨਹੀਂ, ਮਨੁੱਖ ਹੋਣ ਵਜੋਂ ਸੋਚੋ। ਮੈਂ ਉਹਨਾਂ ਨੂੰ ਦੱਸਿਆ ਕਿ ਜੇਕਰ ਸਾਡੇ 'ਚੋਂ ਕੋਈ ਦੋਸ਼ੀ ਸਾਬਤ ਹੋ ਗਿਆ ਤਾਂ ਅਸੀਂ ਆਪਣੇ ਆਪ
ਉਹਨੂੰ ਤੁਹਾਡੇ ਸਪੁਰਦ ਕਰ ਦਿਆਂਗੇ। ਉਹਨਾਂ ਨੇ ਸਾਡੇ ਯਾਨੀ ਹੀਜੜਿਆਂ ਦੇ ਸਹਿਯੋਗ ਨਾਲ ਪੜਤਾਲ ਕੀਤੀ, ਪਰ ਸੁਭੱਦਰਾ ਦਾ ਕੋਈ ਥਹੁ ਪਤਾ ਨਾ ਲੱਗਾ। ਉਸ ਨਾਲ ਕੀ ਵਾਪਰ ਸਕਦਾ ਸੀ? ਸੁਭੱਦਰਾ ਦੇ ਲਾਪਤਾ ਹੋਣ ਨੇ ਸਾਨੂੰ ਫਿਕਰ ਪਾ ਦਿੱਤਾ। ਅਜੇ ਜ਼ਿੰਦਗੀ ਉਵੇਂ ਚੱਲ ਰਹੀ ਸੀ। ਇੱਕ ਦਿਨ ਬੀਤਿਆ, 2 ਦਿਨ, ਮੈਂ ਆਪਣੀਆਂ DWS ਨੂੰ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮੈਂ ਉੱਥੇ ਮੀਟਿੰਗ 'ਚ ਜਾਣ ਦੀ ਤਿਆਰੀ ਕਰ ਰਹੀ ਸੀ। ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ ਕਿ ਸੁਭੱਦਰਾ ਮਰ ਗਈ ਹੈ। ਜਿੰਨੀ ਛੇਤੀ ਹੋ ਸਕੇ ਮੈਂ ਪੁਲਿਸ ਸਟੇਸ਼ਨ ਪਹੁੰਚਾਂ, ਪਰ ਮੀਟਿੰਗ ਮਹੱਤਵਪੂਰਨ ਸੀ ਤੇ ਉੱਥੇ ਮੈਨੂੰ ਜਾਣਾ ਹੀ ਪੈਣਾ ਸੀ। ਮੈਂ ਆਪਣੇ ਵਕੀਲ ਨੂੰ ਫੋਨ ਕੀਤਾ ਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਉਹਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਲਾਸ਼ ਲੈਣ ਦੀ ਗੱਲ ਨਾ ਕਰਾਂ, ਕਿਉਂਕਿ ਉਹ ਇੱਕ ਗੁੰਝਲਦਾਰ ਮਾਮਲਾ ਸੀ। ਇਸ ਲਈ ਮੈਂ ਅਜਿਹਾ ਹੀ ਕਰਨ ਦਾ ਫੈਸਲਾ ਕੀਤਾ। ਹੀਜੜੇ ਬਹੁਤ ਨਿਰਾਸ਼ਾ 'ਚ ਚਲੇ ਗਏ। ਮੈਂ ਉਹਨਾਂ ਨੂੰ ਨਾ ਰੋਣ ਲਈ ਆਖਿਆ। ਮੈਂ ਉਹਨਾਂ ਨੂੰ ਆਪਣੇ ਗਮ ਨੂੰ ਘੱਟ ਕਰਨ ਲਈ ਰੇਡੀਓ ਲਾਉਣ ਦੀ ਸਲਾਹ ਦਿੱਤੀ। ਅਨਿਸ਼ਚਿਤਤਾ ਸਾਡੇ ਉੱਪਰ ਭਾਰੂ ਹੋ ਗਈ ਸੀ। ਸੁਭੱਦਰਾ ਦੀ ਮੌਤ ਨੇ ਹੀਜੜੇ ਹੋਣ ਵਜੋਂ ਖਤਰੇ ਲਈ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ, ਪਰ ਮੈਂ ਉਹਨਾਂ ਦੇ ਅੱਗੇ ਬਹਾਦਰੀ ਦਾ ਦਿਖਾਵਾ ਕਰਦੀ ਰਹੀ, ਕਿਉਂਕਿ ਮੈਂ ਉਹਨਾਂ ਦੀ ਗੁਰੂ ਸੀ ਤੇ ਜੇ ਮੈਂ ਹੀ ਹੌਸਲਾ ਢਾਹ ਲੈਂਦੀ ਤੇ ਉਹਨਾਂ ਦਾ ਕੀ ਬਣਦਾ। ਆਖਰ ਅਸੀਂ ਆਪਣੇ ਦੁੱਖ 'ਤੇ ਕਾਬੂ ਪਾ ਲਿਆ। ਅਸੀਂ ਕਾਲਵਾ ਬ੍ਰਿਜ ਗਏ। ਅਸੀਂ ਉੱਥੇ ਆਪਣਾ ਗੁਬਾਰ ਕੱਢਿਆ। ਅਸੀਂ ਟੁੱਟ ਚੁੱਕੇ ਸੀ। ਅਸੀਂ ਸਿਸਕੀਆਂ ਭਰਦੇ, ਇੱਕ ਦੂਜੇ ਨੂੰ ਜੱਫੀਆਂ ਪਾਉਂਦੇ। ਫਿਰ ਰਾਤ ਪੈ ਗਈ ਸੀ। ਪਰ ਸੁਭੱਦਰਾ ਦੀ ਮੌਤ ਕਿਵੇਂ ਹੋਈ? ਸਪਸ਼ਟ ਸੀ ਕਿ ਉਹਦਾ ਕਤਲ ਹੋਇਆ ਸੀ। ਇਹਦਾ ਮਤਲਬ ਉਹਦਾ ਕੇਸ ਥਾਣਾ ਪੁਲਿਸ ਦੀ ਅਪਰਾਧਿਕ ਸ਼ਾਖਾ 'ਚ ਤਬਦੀਲ ਕੀਤਾ ਗਿਆ ਸੀ। ਉਹਨਾਂ ਆਪਣੇ ਅਫਸਰਾਂ ਵੱਲੋਂ ਮੁੰਬਈ ਪੁਲਿਸ ਸਟੇਸ਼ਨ ਵਿਖੇ ਪੜਤਾਲ ਲਈ ਅਫਸਰਸ਼ਾਹੀ ਵੱਲੋਂ ਪਰੇਸ਼ਾਨ ਕਰਨ ਦਾ ਸਿਲਸਿਲਾ ਚੱਲਦਾ ਰਿਹਾ। ਹੋਰ ਹੀਜੜਿਆਂ ਦੇ ਸੰਕਟ ਸਮੇਂ ਨੂੰ ਮੁੱਖ ਰੱਖਦਿਆਂ ਮੈਂ ਉਹਨਾਂ ਨੂੰ ਕਾਲਵਾ ਤਬਦੀਲ ਕਰ ਦਿੱਤਾ। ਮੈਂ ਪਹਿਲੀ ਵਾਰ ਜ਼ਿੰਦਗੀ 'ਚ ਦਰੀ 'ਤੇ ਸੁੱਤੀ, ਪਰ ਮੈਂ ਇਹਨੂੰ ਰੱਤੀ ਭਰ ਵੀ ਮਹਿਸੂਸ ਨਾ ਕੀਤਾ। ਮੇਰੇ ਲਈ ਤੁੱਛਤਾ ਦੀ ਕੋਈ ਗੱਲ ਨਹੀਂ ਸੀ, ਕੇਵਲ ਦਲੇਰੀ ਦੀ ਭਾਵਨਾ ਹੀ ਸਾਨੂੰ ਬਚਾ ਸਕਦੀ ਸੀ। ਪੁਲਿਸ ਮੌਕਾ ਬੇਮੌਕਾ ਆਉਂਦੀ, ਪੁੱਛ-ਗਿੱਛ ਲਈ ਕਿਸੇ ਨਾ ਕਿਸੇ ਨੂੰ ਥਾਣੇ ਲੈ ਜਾਂਦੀ। ਜੇਕਰ ਅਸੀਂ ਕੋਈ ਗੱਲ ਪੁੱਛਦੇ ਤਾਂ ਜਵਾਬ ਤਸੱਲੀ ਬਖਸ਼ ਨਾ ਮਿਲਦਾ। ਜਿਵੇਂ ਉਹਨਾਂ ਦਾ ਜਵਾਬ ਹੁੰਦਾ, ਸਾਨੂੰ ਕਿਸੇ ਨੇ ਦੱਸਿਆ ਹੈ ਤੇ ਕਦੇ ਸਾਨੂੰ ਸਾਡੇ ਸਰੋਤਾਂ ਤੋਂ ਪਤਾ ਲੱਗਿਆ। ਅਸੀਂ ਮੰਗ ਕੀਤੀ ਕਿ ਜੋ ਤੁਹਾਨੂੰ ਇਤਲਾਹ ਦੇਣ ਵਾਲੇ ਹਨ, ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ। ਅਸੀਂ ਮੰਗ ਕੀਤੀ ਕਿ ਕੋਈ ਸਾਨੂੰ ਹੱਥ ਨਾ ਲਾਵੇ। ਭਾਰਤ ਵਿੱਚ ਪੁਲਿਸ ਲੋਕਾਂ ਨੂੰ ਕੁੱਟਣ ਕਰਕੇ ਜਾਣੀ ਜਾਂਦੀ ਹੈ ਜਾਂ ਸੌਦਾ ਕਰਦੀ ਹੈ, ਖਾਸ ਕਰਕੇ ਔਰਤਾਂ ਨਾਲ। ਮੇਰੀ ਸਿਹਤ 'ਤੇ ਸਾਰੀ ਚਿੰਤਾ ਦੇ ਫਿਕਰ ਦੇ ਅਸਰ ਦਿਸਣ ਲੱਗੇ। ਮੈਂ ਥੱਕੀ ਰਹਿੰਦੀ, ਆਪਣਾ ਮਨੋਬਲ ਗਵਾ ਬੈਠਦੀ। ਸਾਡੀ ਦੁਨੀਆ ਨਾਲ ਲੜਾਈ ਨੁਕਤਾ ਰਹਿਤ ਜਾਪਦੀ, ਪਰ ਅਸੀਂ ਲੜਨਾ ਨਾ ਛੱਡ ਸਕੇ। ਦੁਨੀਆ ਸਾਨੂੰ ਚੁੱਪ ਕਰਾ ਕੇ ਹੀ ਖੁਸ਼ ਸੀ, ਪਰ ਸਾਡੇ ਲਈ ਚੁੱਪ ਰਹਿਣਾ ਗਵਾਰਾ ਨਹੀਂ ਸੀ। ਅਸੀਂ ਜੇਲ੍ਹਾਂ 'ਚ ਸੁੱਟੇ ਜਾਣ ਤੇ ਭੁੱਲ ਜਾਣ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ। ਮੈਂ ਆਪਣੇ ਚੇਲਿਆਂ ਨੂੰ ਹੀਜੜਿਆਂ ਦੇ ਵਿਹਾਰ ਉੱਪਰ ਇੱਕ ਕਰੈਸ਼ ਕੋਰਸ ਦਿੱਤਾ। ਮੈਂ ਉਹਨਾਂ ਨੂੰ ਸਿਖਾਇਆ ਕਿ ਸਿਪਾਹੀਆਂ ਨਾਲ ਕਿਵੇਂ ਵਿਹਾਰ ਕਰਨਾ ਹੈ, ਜਦੋਂ ਗਾਲਾਂ ਦਿੰਦੇ, ਜਦੋਂ ਭੱਦਰ-ਪੁਰਸ਼ੀ ਨਾਲ ਪੇਸ਼ ਆਉਂਦੇ। ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਹੁਣ ਮੈਂ ਘਰ 'ਚ ਆਪਣੇ ਪਰਿਵਾਰ ਨਾਲ ਬਹੁਤ ਘੱਟ ਸਮਾਂ ਬਿਤਾਉਂਦੀ। ਇੱਕ ਦਿਨ ਮੈਂ ਲੰਮਾ ਸਮਾਂ ਬਾਹਰ ਰਹਿਣ ਉਪਰੰਤ ਮਸਾਂ ਘਰ ਜਾਣ ਦਾ ਪ੍ਰਬੰਧ ਕਰ ਸਕੀ। ਜਦੋਂ ਮੁਰਗੀ ਮੇਰੇ ਪਿੱਛੇ ਪੈ ਗਈ ਤੇ ਚੀਕੀ, ਗੁਰੂ, ਪੁਲਿਸ ਸ਼ਹੀਨ ਤੇ ਕੇਕੜਾ ਨੂੰ ਚੁੱਕ ਕੇ ਲੈ ਗਈ ਹੈ। ਜਦੋਂ ਬੋਲ ਰਹੀ ਸੀ ਤਾਂ ਉਹ ਕੰਬ ਰਹੀ ਸੀ। ਮੈਂ ਗੁੱਸੇ 'ਚ ਆ ਗਈ। ਮੇਰੀ ਸੋਚ ਸੀ ਕਿ ਪੁਲਿਸ ਦੇ ਬੋਲੇ ਕੰਨਾਂ ਨੂੰ ਖੋਲ੍ਹਣਾ ਹੀ ਪੈਣਾ ਸੀ। ਮੈਂ ਆਪਣੇ ਨਾਲ ਵਿਚਾਰੀ ਮੁਰਗੀ ਨੂੰ ਹੀ ਲੈ ਕੇ ਥਾਣੇ ਗਈ। ਤੂਫਾਨ ਵਾਂਗ ਇੰਸਪੈਕਟਰ ਦੇ ਦਫ਼ਤਰ 'ਚ ਵੜ ਗਈ ਤੇ ਉਹਦਾ ਰਾਹ ਰੋਕ ਲਿਆ। ਉਹ ਝੁਕ ਗਿਆ। ਫਿਰ ਉਹਨੇ ਸ਼ਹੀਨ ਤੇ ਕੇਕੜਾ ਨੂੰ ਰਿਹਾ ਕਰ ਦਿੱਤਾ। ਸੁਭੱਦਰਾ ਦੇ ਕਾਤਲ ਕਦੇ ਫੜੇ ਨਾ ਜਾ ਸਕੇ। ਪੁਲਿਸ ਨੇ ਸਬੂਤਾਂ ਦੀ ਘਾਟ ਕਾਰਨ ਕੇਸ ਬੰਦ ਕਰ ਦਿੱਤਾ। ਇਹ ਸਾਡੇ ਤੇ ਬਿਜਲੀ ਡਿੱਗਣ ਵਾਂਗ ਸੀ। ਇੱਕ ਹੀਜੜੇ ਦੀ ਮੌਤ, ਨਹੀਂ ਕਤਲ, ਕਿਸੇ ਲਈ ਕੋਈ ਮਾਮਲਾ ਨਹੀਂ ਸੀ ਜਾਪਦਾ, ਪਰ ਇਹ ਸਾਡੇ ਲਈ, ਸੁਭੱਦਰਾ ਦੀਆਂ ਭੈਣਾਂ ਲਈ ਮਸਲਾ ਸੀ। ਅਸੀਂ ਇਕੱਲੇ ਹੀ ਚੱਲ ਪਏ। ਮੈਂ ਟੈਗੋਰ ਦੇ ਸ਼ਬਦਾਂ ਨੂੰ ਯਾਦ ਕੀਤਾ, ਅਕੇਲੇ ਚਲੋ। ਅੰਗ 8ਵਾਂ। ਜਦੋਂ ਮੈਂ DWS ਡਿਸਟ੍ਰੀਬਿਊਸ਼ਨ ਵਾਰਗੇਨਿੰਗ ਸਿਸਟਮ ਨੂੰ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ, ਉਦੋਂ ਦਾਈ ਦਾ ਮੁੱਖ ਕੰਮ ਹੀਜੜਿਆਂ ਦੀ ਦੇਖਭਾਲ ਕਰਨਾ ਹੁੰਦਾ ਸੀ, ਖਾਸ ਕਰਕੇ ਜਿਨ੍ਹਾਂ ਨੇ ਨਿਰਵਾਣ ਪ੍ਰਾਪਤ ਕਰ ਲਿਆ ਹੁੰਦਾ ਸੀ। ਇਹ ਸੰਸਥਾ ਉਹਨਾਂ ਦੇ ਹਿੱਤਾਂ ਲਈ ਉਹਨਾਂ ਨੂੰ ਸੰਗਠਨਾਤਮਕ ਸੈਕਟਰ 'ਚ ਲਿਆਉਂਦੀ ਸੀ। ਮੈਂ ਇਸ ਤੋਂ ਪਹਿਲਾਂ ਸਮਾਜ ਸੇਵੀ ਵਜੋਂ ਕੰਮ ਕਰਦੀ, ਪਰ ਮੁੱਖ ਤੌਰ 'ਤੇ ਜੋ ਹੀਜੜੇ ਰੋਜ਼ੀ ਰੋਟੀ ਕਮਾਉਣ ਲਈ ਸੈਕਸ ਵਰਕਰ ਵਜੋਂ ਕੰਮ ਕਰਦੇ, ਉਹਨਾਂ ਨੂੰ ਨਿਰੋਧ ਵੰਡਦੀ। ਇਹ ਹੀਜੜੇ ਏਡਸ ਤੇ ਹੋਰ ਟਰਾਂਸਮਿਟਡ ਬਿਮਾਰੀਆਂ ਨੂੰ ਫੈਲਾਉਣ ਵਾਲੇ ਸਨ। ਜੇਕਰ ਕੋਈ ਹੀਜੜਾ ਬਿਮਾਰ ਹੋ ਜਾਂਦਾ ਤਾਂ ਮੈਂ ਉਹਨੂੰ CN ਹਸਪਤਾਲ ਲੈ ਜਾਂਦੀ, ਜਿੱਥੇ ਡਾਕਟਰ ਜੈ ਰਾਜਾਨੀ ਨੂੰ ਰਿਪੋਰਟ ਲਿਖਾਉਂਦੀ। ਹੋਰਨਾਂ ਵਾਂਗ ਹੀਜੜੇ ਲੋਕਾਂ ਦੇ ਵੀ ਆਪਣੇ ਪਹਿਚਾਣੀ ਤੱਤ ਹਨ। ਨਾਇਕਾਂ ਦੀ ਗੱਲ ਲਓ, ਉਹ ਜਾਣਬੁੱਝ ਕੇ ਹੀਜੜਿਆਂ ਦੇ ਕੰਡੋਮ ਦੀ ਵਰਤੋਂ ਦਾ ਵਿਰੋਧ ਕਰਦੇ ਤੇ ਗਾਹਕ ਕੰਡੋਮ ਨਾ ਵਰਤਦੇ। ਇਹ ਗੱਲ ਹੀਜੜਿਆਂ ਨੂੰ ਉਹਨਾਂ ਦੀ ਰੋਜ਼ੀ ਰੋਟੀ ਦੇ ਸਾਧਨ ਤੋਂ ਵੰਚਿਤ ਕਰਦੀ ਸੀ। ਪਰ ਅਜੋਕੇ ਹੀਜੜੇ ਇਹੋ ਜਿਹੀਆਂ ਮੂਰਖਤਾਪੂਰਨ ਗੱਲਾਂ 'ਚ ਨਹੀਂ ਪੈਂਦੇ। ਉਹਨਾਂ ਨੂੰ ਪਤਾ ਹੈ ਕਿ ਕੰਡੋਮ ਏਡਸ ਵਰਗੀਆਂ ਭਿਅੰਕਰ ਬਿਮਾਰੀਆਂ ਤੋਂ ਉਹਨਾਂ ਨੂੰ ਬਚਾ ਸਕਦਾ ਹੈ।
ਇਹ ਤੋਂ ਇਲਾਵਾ ਗਾਹਕਾਂ ਵਿੱਚ ਵੀ ਇਸ ਪ੍ਰਤੀ ਚੇਤਨਾ ਆਈ ਹੈ। ਵੰਡ ਕੇਂਦਰਾਂ 'ਚ ਹੀਜੜਿਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੁੰਦੀਆਂ। ਉਹ ਕੰਡੋਮ ਦੀ ਵਰਤੋਂ ਕਰਕੇ ਹੀ ਸੈਕਸ ਕਰਨ ਦਾ ਇੰਤਜ਼ਾਰ ਕਰਦੇ। ਜਦੋਂ ਮੈਂ ਮੁੜ ਸਮਾਜਿਕ ਕੰਮ ਕਰਨੇ ਸ਼ੁਰੂ ਕੀਤੇ, ਘਰ ਦੇ ਮਾਮਲੇ ਫਿਰ ਤੋਂ ਨਜ਼ਰਅੰਦਾਜ਼ ਹੋਣ ਲੱਗੇ। ਮੇਰੀ ਭੈਣ ਦੇ ਸਹੁਰਿਆਂ ਦੇ ਤਾਨੇ ਮਿਹਣਿਆਂ ਕਾਰਨ ਮੇਰੇ ਮਾਪਿਆਂ ਨੇ ਮੇਰੇ ਨਾਲ ਬੋਲਣਾ ਬੰਦ ਕਰ ਦਿੱਤਾ ਸੀ। ਮੇਰੀ ਭੈਣ ਦਾ ਪਤੀ ਯੋਧਾ ਪਾਇਲਟ ਸੀ। ਉਹਦਾ ਕਿੱਤਾ ਮਰਦਾਨਗੀ ਨਾਲ ਸੰਬੰਧਿਤ ਸੀ। ਉਸ ਤੋਂ ਮੇਰੇ ਨਾਲ ਨਿਮਰ ਹੋਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਸੀ, ਜਿਹਨੇ ਆਪਣੀ ਇੱਛਾ ਅਨੁਸਾਰ ਮਰਦਾਨਗੀ ਲਾ ਦਿੱਤੀ ਸੀ। ਸ਼ਸ਼ੀ ਵੀ ਲਗਾਤਾਰ ਸ਼ਰਮ 'ਚ ਡੁੱਬ ਰਿਹਾ ਸੀ। ਮੈਨੂੰ ਪਤਾ ਲੱਗਾ ਫਿਰ ਵੀ ਮੇਰੇ ਮਾਪਿਆਂ ਦੀ ਨਿਸਬਤ ਸ਼ਸ਼ੀ, ਮੇਰੀ ਭੈਣ ਤੇ ਜੀਜਾ ਮੇਰੇ ਨਾਲ ਗੱਲ ਕਰਨ 'ਤੇ ਜ਼ਿਆਦਾ ਇੱਛੁਕ ਸਨ। ਮੇਰੇ ਮਾਤਾ ਪਿਤਾ ਇਸ ਮਾਮਲੇ 'ਚ ਇੰਨੀ ਗਲਤ ਜਾਣਕਾਰੀ ਦਾ ਸ਼ਿਕਾਰ ਸਨ ਕਿ ਉਹਨਾਂ ਨੂੰ ਮੇਰੇ ਪਾਗਲਪਨ ਦਾ ਇਲਾਜ ਮੇਰੇ ਵਿਆਹ 'ਚ ਦਿਸਦਾ ਸੀ। ਇਸ ਕਰਕੇ ਉਹਨਾਂ ਨੇ ਮੇਰੇ ਲਈ ਕੁੜੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਤੇ ਜਾਣਬੁੱਝ ਕੇ ਮੈਨੂੰ ਹਨੇਰੇ 'ਚ ਰੱਖਿਆ। ਇੱਕ ਦਿਨ ਪਾਪਾ ਨੇ ਮੈਨੂੰ ਕੋਲ ਸੱਦਿਆ, ਆਪਣੇ ਪਾਸ ਬਿਠਾਇਆ ਤੇ ਆਖਿਆ, ਅਸੀਂ ਤੇਰੇ ਲਈ ਇੱਕ ਲੜਕੀ ਲੱਭੀ ਹੈ, ਚੰਗੇ ਪਰਿਵਾਰ ਦੀ ਹੈ, ਤੈਨੂੰ ਉਸ ਨਾਲ ਵਿਆਹ ਕਰਾਉਣਾ ਚਾਹੀਦਾ ਹੈ। ਮੈਂ ਘਬਰਾ ਗਈ। ਮੈਂ ਆਪਣੇ ਪਿਤਾ ਨੂੰ ਦੱਸਿਆ ਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ। ਜੇਕਰ ਮੈਂ ਅਜਿਹਾ ਕੀਤਾ ਤਾਂ ਮੈਂ ਆਪਣੀ ਜ਼ਿੰਦਗੀ ਦੇ ਨਾਲ ਨਾਲ ਆਪਣੀ ਪਤਨੀ ਦੀ ਜ਼ਿੰਦਗੀ ਵੀ ਤਬਾਹ ਕਰ ਦਾਂਗੀ। ਮੇਰੇ ਕੋਲ ਇਸ ਤੋਂ ਬਾਅਦ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਬਚਣਾ। ਮੇਰੇ ਪਿਤਾ ਦੀਆਂ ਅੱਖਾਂ 'ਚ ਅੱਥਰੂ ਆ ਗਏ। 20 ਸਾਲ ਦੀ ਉਮਰ 'ਚ ਉਹਨਾਂ ਨੂੰ ਮੈਂ ਪਹਿਲੀ ਵਾਰ ਰੋਂਦੇ ਵੇਖਿਆ। ਮੈਂ ਡਰ ਗਈ। ਮੈਂ ਜਾਣਦੀ ਸੀ ਪਾਪਾ ਮੈਨੂੰ ਕਿੰਨਾ ਪਿਆਰ ਕਰਦੇ ਆ। ਜਦੋਂ ਮੈਂ ਬੱਚੀ ਸੀ ਤਾਂ ਹਮੇਸ਼ਾ ਮੇਰੇ 'ਚ ਮਗਨ ਰਹਿੰਦੇ ਸੀ। ਪਰਿਵਾਰ ਦੇ ਮੁਖੀ ਹੋਣ ਵਜੋਂ ਮੈਨੂੰ ਸੌਖੇ ਹੀ ਘਰੋਂ ਬਾਹਰ ਕੱਢ ਸਕਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਹੀਜੜਾ ਬਣ ਗਈ ਹਾਂ ਤਾਂ ਉਹਨਾਂ ਨੇ ਅਜਿਹਾ ਨਹੀਂ ਕੀਤਾ। ਜਦੋਂ ਕਦੀ ਮੈਂ ਅੱਧੀ ਰਾਤ ਨੂੰ ਘਰ ਆਉਂਦੀ ਤਾਂ ਮਾਂ ਨੇ ਕਦੇ ਕੋਈ ਸਵਾਲ ਨਹੀਂ ਸੀ ਕੀਤਾ, ਸਗੋਂ ਬੂਹੇ 'ਤੇ ਖਾਣਾ ਖਵਾਉਣ ਦਾ ਇੰਤਜ਼ਾਰ ਕਰ ਰਹੀ ਹੁੰਦੀ। ਹੁਣ ਮੈਂ ਆਪਣੇ ਮਾਪਿਆਂ ਦੇ ਪਿਆਰ ਦਾ ਦੇਣਾ ਕਿਵੇਂ ਦੇਵਾਂ, ਜਿਹੜੀ ਪਿਆਰ ਵਰਖਾ ਉਹਨਾਂ ਨੇ ਮੇਰੇ 'ਤੇ ਕੀਤੀ ਸੀ। ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦੀ ਸੀ। ਮੈਂ ਮਹਿਸੂਸ ਕਰਦੀ ਕਿ ਮੈਂ ਮਾਪਿਆਂ ਨੂੰ ਤਬਾਹ ਕਰ ਦਿੱਤਾ ਤੇ ਇਸ ਸਮੇਂ ਮੈਂ ਆਪਣੇ ਆਪ ਪ੍ਰਤੀ ਵੀ ਵਿਸ਼ਵਾਸਯੋਗ ਨਹੀਂ ਸੀ ਤੇ ਮੈਂ ਆਦਮੀ ਵਜੋਂ ਪੈਦਾ ਹੀ ਨਹੀਂ ਹੋਇਆ। ਬਸ ਕੀ ਕੋਈ ਵਿਚਕਾਰਲਾ ਰਸਤਾ ਸੀ, ਜਾਂ ਆਪਣੇ ਮਾਪਿਆਂ ਨੂੰ ਖੁਸ਼ ਰੱਖ ਸਕਾਂ ਜਾਂ ਆਪਣੇ ਆਪ ਪ੍ਰਤੀ ਸੱਚੀ ਹੋ ਸਕਾਂ। ਪਹਿਲੀ ਗੱਲ ਨੂੰ ਮੈਂ ਵੱਡੇ ਪੁੱਤਰ ਵਜੋਂ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਕੇ ਪੂਰੀ ਕਰ ਸਕਦੀ ਸੀ ਤੇ ਦੂਜੇ ਵਿਚਾਰ ਨੂੰ ਆਪਣੇ ਹੀਜੜਾ ਲੋਕਾਂ ਪ੍ਰਤੀ ਅਣਥੱਕ ਕੰਮ ਕਰਕੇ। ਹੁਣ ਮੈਂ ਆਪਣੀ ਸੰਸਥਾ ਦੇ ਕੰਮਾਂ ਨੂੰ ਪਹਿਲ ਦਿੰਦੀ। ਮੈਂ ਸਿੱਖਿਅਤ ਆਗੂ ਬਣ ਗਈ ਜੋ ਹੀਜੜਾ ਕਲੋਨੀਆਂ ਵਿੱਚ ਉਹਨਾਂ ਨੂੰ ਟਰਾਂਸਮਿਟਡ ਰੋਗਾਂ ਬਾਰੇ, ਏਡਸ ਸੰਬੰਧੀ ਜਾਣਕਾਰੀ ਦਿੰਦੀ। ਮੈਂ ਸ਼ਬੀਨਾ ਤੇ ਪ੍ਰਿਆ ਤੋਂ ਬਹੁਤ ਕੁਝ ਸਿੱਖਿਆ, ਜਿਨ੍ਹਾਂ ਕੋਲ ਸਮਾਜਿਕ ਕਾਰਜਾਂ ਦਾ ਤਜਰਬਾ ਸੀ। ਸਮਾਜਿਕ ਕਾਰਜ ਮਾੜੇ ਪ੍ਰਭਾਵਾਂ ਵਾਲੀ ਇੱਕ ਕੌੜੀ ਗੋਲੀ ਬਣ ਸਕਦੇ, ਪਰ ਮੈਂ ਸਮਾਜਿਕ ਕੰਮਾਂ ਪ੍ਰਤੀ ਸਮਰਪਿਤ ਹੋਣ ਲਈ ਦ੍ਰਿੜ ਸੀ। ਫਿਰ ਅਚਾਨਕ ਸ਼ਬੀਨਾ ਤੇ ਪ੍ਰਿਆ ਨੇ ਸੰਸਥਾ ਨੂੰ ਸੁਸਾਇਟੀ ਦੇ ਮੈਂਬਰਾਂ ਵਿਚਲੇ ਮਤਭੇਦਾਂ ਕਾਰਨ ਛੱਡ ਦਿੱਤਾ। ਪਹਿਲ ਪ੍ਰਿਆ ਨੇ ਕੀਤੀ, ਬਾਅਦ 'ਚ ਸ਼ਬੀਨਾ ਨੇ। ਉਹ ਚੇਨਈ ਚਲੀਆਂ ਗਈਆਂ। ਇਹ ਇਉਂ ਸੀ ਜਿਵੇਂ ਪੂਰੇ ਹੀਜੜਾ ਸਮੂਹ ਨੇ ਬੰਬਈ 'ਚ ਉਹਨਾਂ ਦਾ ਵਿਰੋਧ ਕਰ ਦਿੱਤਾ ਹੋਵੇ, ਕਿਉਂਕਿ ਪ੍ਰਿਆ ਤੇ ਸ਼ਬੀਨਾ ਸਮਰਪਿਤ ਕਾਮੇ ਵਜੋਂ ਸਨ। ਇਹ ਮੈਨੂੰ ਸੰਸਥਾ ਲਈ ਘਾਟਾ ਜਾਪਿਆ। ਉਹਨਾਂ ਦੇ ਜਾਣ ਤੋਂ ਬਾਅਦ ਲਤਾ ਗੁਰੂ ਨੇ ਮੈਨੂੰ ਸੱਦਿਆ, ਕਿਹਾ, ਹੁਣ ਅਸੀਂ ਕੀ ਕਰੀਏ? ਇਸ ਕੰਮ ਦੀ ਦੇਖਭਾਲ ਕੌਣ ਕਰੇਗਾ? ਇਸ ਸੰਸਥਾ ਨੂੰ ਮੈਂ ਚਲਾਉਣ ਦੇ ਯੋਗ ਨਹੀਂ। ਇਸ ਤੋਂ ਅੱਗੇ ਮੈਂ ਕੁਝ ਨਹੀਂ ਜਾਣਦੀ, ਪਰ ਤੁਸੀਂ ਪੜ੍ਹੇ ਲਿਖੇ ਹੋ। ਜੇ ਤੁਸੀਂ ਸਹਿਮਤ ਹੋ ਤਾਂ ਇਸ ਸੰਸਥਾ ਦੇ ਕੰਮ ਨੂੰ ਚਲਾਉਣ ਦੀ ਜ਼ਿੰਮੇਵਾਰੀ ਲੈ ਲਓ, ਤਾਂ ਇਹ ਬਚ ਜਾਏਗੀ, ਨਹੀਂ ਤਾਂ ਬੰਦ ਹੋ ਜਾਏਗੀ। ਇਸ ਸੰਸਥਾ ਨੇ ਬਹੁਤ ਮਹਾਨ ਕੰਮ ਕੀਤੇ। ਇਸ ਮੇਰੇ ਲਈ ਉਦਾਸੀ ਵਾਲੀ ਗੱਲ ਸੀ ਕਿ ਸੁਸਾਇਟੀ ਬੰਦ ਕਰਨੀ ਪਏਗੀ। ਇਹ ਸੰਸਥਾ ਦੇ ਯਤਨ ਸਨ। ਇਹਨਾਂ ਸਦਕਾ ਹੀਜੜਾ ਸਮੂਹ ਨੂੰ ਦੁਨੀਆ ਦੀਆਂ ਨਜ਼ਰਾਂ 'ਚ ਲਿਆਂਦਾ ਗਿਆ, ਜੋ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਵਿੱਚੋਂ ਸੀ, ਜੋ ਜਾਂ ਤਾਂ ਮੰਗਤਾ ਬਣਦਾ ਸੀ ਜਾਂ ਸੈਕਸ ਵਰਕਰ। ਇਹ ਸੰਸਥਾ ਇੱਕ ਅਜਿਹਾ ਗਰੁੱਪ ਸੀ ਜਿਹਨੇ ਹੀਜੜੇ ਵਜੋਂ ਸਹਿਣ ਕਰ ਰਹੇ ਮਾੜੇ ਵਿਹਾਰ ਪ੍ਰਤੀ ਸਮਾਜ ਨੂੰ ਜਾਗਰੂਕ ਕੀਤਾ ਸੀ। ਇਹ ਹੀਜੜਿਆਂ ਦੁਆਰਾ ਚਲਾਈ ਜਾਣ ਵਾਲੀ ਸੰਸਥਾ ਸੀ। ਬਾਕੀ ਦਾ ਸੰਸਾਰ ਹੀਜੜਿਆਂ ਪ੍ਰਤੀ ਦੁਸ਼ਮਣੀ ਰੱਖਦਾ, ਉਹਨਾਂ ਨੂੰ ਇੱਕ ਖਤਰੇ ਵਾਂਗ ਵੇਖਦਾ, ਜਿਵੇਂ ਚੂਹਿਆਂ ਨੂੰ, ਕਾਕਰੋਚਾਂ ਨੂੰ ਵੇਖ ਕੇ ਉਹਨਾਂ ਨੂੰ ਖਤਰਾ ਲੱਗਦਾ। ਇੱਥੋਂ ਤੱਕ ਸਿਹਤ ਸੰਬੰਧੀ ਪ੍ਰੋਗਰਾਮਾਂ ਦਾ ਸਰੋਕਾਰ ਹੈ। ਭਾਰਤ ਦੁਆਰਾ ਏਡਸ ਪ੍ਰੋਗਰਾਮ ਮੁਸ਼ਕਲ ਨਾਲ ਹੀ ਹੀਜੜਿਆਂ ਪ੍ਰਤੀ ਸਿੱਧਤ ਹੁੰਦੇ ਹਨ। ਉਹ ਔਰਤਾਂ ਵੇਸਵਾਵਾਂ ਲਈ ਹੀ ਸਨ। ਸਮਾਜਿਕ ਕਾਰਜ ਸਨਮਾਨਯੋਗ ਸਥਾਨ ਰੱਖਦੇ ਹਨ। ਸਮਾਜਿਕ ਕੰਮਾਂ ਨੇ ਮੈਨੂੰ ਮਜ਼ਾਕ ਤੇ ਤਾਨੇ ਮਿਹਣੇ ਤੋਂ ਬਚਾਇਆ, ਜਿਨ੍ਹਾਂ ਦੀ ਮੈਂ ਪਹਿਲਾਂ ਸ਼ਿਕਾਰ ਰਹੀ ਸੀ। ਸਮਾਜ ਸੇਵੀ ਹੋਣ ਕਰਕੇ ਮੇਰੇ ਨਾਲ ਕੋਈ ਮਾੜਾ ਵਿਹਾਰ ਨਹੀਂ ਸੀ ਕਰਦਾ। ਕੇਵਲ ਮੇਰੀ ਹੀ ਇੱਜ਼ਤ ਹੋਵੇ, ਇਹ ਕਾਫੀ ਨਹੀਂ ਸੀ। ਮੈਂ ਚਾਹੁੰਦੀ ਸੀ ਛੋਟੇ ਤੋਂ ਛੋਟੇ ਹੀਜੜੇ ਦੀ ਵੀ ਲੋਕ ਇੱਜ਼ਤ ਕਰਨ। ਇਸ ਕੰਮ 'ਚ ਇਸ ਸੰਸਥਾ ਨੇ ਕਾਫੀ ਭੂਮਿਕਾ ਨਿਭਾਈ। ਇਸ ਸੰਸਥਾ ਨੇ ਹੀਜੜਿਆਂ ਦੇ ਆਤਮ ਵਿਸ਼ਵਾਸ ਨੂੰ ਬਲ ਦਿੱਤਾ, ਉਹਨਾਂ ਨੂੰ ਮਾਨਸਿਕ ਗੁਲਾਮੀ ਤੋਂ ਮੁਕਤ ਕੀਤਾ। ਮੇਰੀ ਸੋਚਣੀ ਸੀ ਕਿ ਇਹਦਾ ਬੰਦ ਹੋਣਾ
ਆਪਣੀ ਮਰਜ਼ੀ 'ਤੇ ਨਿਰਭਰ ਹੋਣ ਵਜੋਂ ਨਹੀਂ ਲੈਣਾ ਚਾਹੀਦਾ। ਮੈਂ ਇਸ ਗੱਲ 'ਤੇ ਵਿਚਾਰ ਕੀਤੀ। ਲਤਾ ਗੁਰੂ ਨੂੰ ਕਿਹਾ ਕਿ ਮੈਂ ਇਸ ਸੰਸਥਾ ਨੂੰ ਚਲਾਉਣ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਾਂ। ਸਾਨੂੰ ਇਹਨੂੰ ਬੰਦ ਕਰਨ ਬਾਰੇ ਕਿਸੇ ਵੀ ਕੀਮਤ 'ਤੇ ਨਹੀਂ ਸੋਚਣਾ ਚਾਹੀਦਾ। ਇਸ ਤਰ੍ਹਾਂ ਮੈਂ ਇਸ ਸੰਸਥਾ ਦੀ ਪਹਿਲੀ ਮੁਖੀ ਬਣ ਗਈ। ਇੱਕ ਸਿੱਖਿਅਤ ਆਗੂ ਹੋਣਾ, ਇੱਕ ਮੁਖੀ ਵਜੋਂ ਕੰਮ ਕਰਨਾ ਦੋਵੇਂ ਵੱਖਰੀਆਂ ਗੱਲਾਂ। ਹੁਣ ਮੈਂ ਮੁੰਬਈ ਦੇ ਹੀ ਜਿਹੜੇ ਲੋਕਾਂ ਦੀ ਭਲਾਈ ਲਈ ਦੇਖਭਾਲ ਕਰਦੀ ਹਾਂ। ਮੈਂ ਆਪਣੇ ਆਪ ਨੂੰ ਜ਼ਿਆਦਾ ਸਮਰੱਥ ਮਹਿਸੂਸ ਕਰਦੀ। ਸਮਰੱਥ ਸ਼ਬਦ ਆਮ ਹੀ ਜਿਹੜਿਆਂ ਦੀ ਸ਼ਬਦਾਵਲੀ 'ਚ ਨਹੀਂ ਹੁੰਦਾ। ਇਹ ਸੱਚ ਹੈ ਕਿ ਇੱਕ ਵਿਅਕਤੀ ਵਜੋਂ ਮੈਂ ਲਕਸ਼ਮੀ ਨਾਰਾਇਣ ਤ੍ਰਿਪਾਠੀ ਨਵੀਆਂ ਚੁਣੌਤੀਆਂ ਨੂੰ ਕਬੂਲ ਕਰਨਾ ਪਸੰਦ ਕਰਦੀ, ਪਰ ਹੀਜੜੇ ਵਜੋਂ ਇਹਦੀ ਕਦੀ ਆਗਿਆ ਨਹੀਂ ਸੀ। ਇਸ ਸੰਸਥਾ ਦੇ ਸਿਰ 'ਤੇ ਮੇਰੀ ਪ੍ਰਸਿੱਧੀ ਦਾ ਸਮਾਂ ਉਦੋਂ ਆਇਆ ਜਦੋਂ ਮੈਨੂੰ ਵਾਸ਼ੀ 'ਚ ਅਵਾਰਡਸ ਸੁਸਾਇਟੀ ਵੱਲੋਂ ਪ੍ਰਪੋਜ਼ਲ ਡਿਵੈਲਪਮੈਂਟ ਦੀ ਵਰਕਸ਼ਾਪ ਲਈ ਸੱਦਾ ਆਇਆ ਸੀ। ਮੈਂ ਇਸ ਵਿਸ਼ੇ ਉੱਪਰ ਆਪਣੀ ਪੇਸ਼ਕਾਰੀ ਰੱਖਣੀ ਸੀ, ਪਰ ਮੈਨੂੰ ਇਹਦਾ ਊੜਾ ਐੜਾ ਵੀ ਪਤਾ ਨਹੀਂ ਸੀ। ਭਾਵੇਂ ਮੈਨੂੰ ਪ੍ਰਪੋਜ਼ਲ ਦੇ ਅਰਥ ਦਾ ਪਤਾ ਸੀ, ਮੈਂ ਆਪਣੇ ਕੰਮ 'ਚ ਅਵਾਰਡ ਸੁਸਾਇਟੀ ਦੇ ਸੰਦੀਪ ਤੇ ਨਿਧੀ ਦੂਬੇ ਦੀ ਸਹਾਇਤਾ ਲਈ ਸਰੀਰਕ, ਮਾਨਸਿਕ ਤੇ ਹੋਰ ਸਾਧਨਾਂ 'ਤੇ ਮੇਰੀ ਕਮਾਂਡ ਸੀ। ਅੰਤ ਮੈਂ ਵਧੀਆ ਅੰਗਰੇਜ਼ੀ 'ਚ ਆਪਣੀ ਪੇਸ਼ਕਾਰੀ ਕੀਤੀ। ਤਾੜੀਆਂ ਨਾਲ ਵਾਹਵਾ ਖੱਟੀ। ਹਰ ਕੋਈ ਹੈਰਾਨ ਸੀ। ਉਹਨਾਂ ਦੀਆਂ ਹੀਜੜਿਆਂ ਪ੍ਰਤੀ ਬਣੀਆਂ ਹੋਈਆਂ ਧਾਰਨਾਵਾਂ ਖਤਮ ਹੋ ਗਈਆਂ ਸੀ। ਜਾਣੀਆਂ ਪਛਾਣੀਆਂ ਸੰਸਥਾਵਾਂ ਦੇ ਮੁਖੀ ਵਰਕਸ਼ਾਪ 'ਚ ਹਾਜ਼ਰ ਸਨ। ਉਹਨਾਂ 'ਚ ਇੱਕ ਡਾਂਸ ਬਾਰ ਦਾ ਗਾਹਕ ਸੀ ਜਿੱਥੇ ਮੈਂ ਕੰਮ ਕੀਤਾ ਸੀ। ਪਹਿਲਾਂ ਉਹਨੇ ਮੈਨੂੰ ਆਡੀਟੋਰੀਅਮ 'ਚ ਦੇਖ ਕੇ ਬੇਚੈਨੀ ਮਹਿਸੂਸ ਕੀਤੀ, ਕਿਉਂਕਿ ਮੈਂ ਉਹਦੀ ਰਾਤੀ ਜ਼ਿੰਦਗੀ ਦੀ ਭਾਗੀਦਾਰ ਸੀ। ਜਦੋਂ ਮੈਂ ਆਪਣੀ ਪੇਸ਼ਕਾਰੀ ਕੀਤੀ ਤਾਂ ਉਹਦੀ ਜ਼ੁਬਾਨ ਜੰਮ ਗਈ। ਉਹ ਬੇਯਕੀਨੀ 'ਚ ਕੁਰਸੀ 'ਤੇ ਡਿੱਗ ਪਿਆ। ਵਰਕਸ਼ਾਪ ਦੀ ਸਫਲਤਾ ਤੋਂ ਬਾਅਦ ਮੈਂ ਆਪਣੇ ਅਤੀਤ ਦੇ ਗੈਰ ਪ੍ਰਸੰਗਿਕ ਪੱਖਾਂ ਤੋਂ ਖਹਿੜਾ ਛੁਡਾਉਣ ਦਾ ਫੈਸਲਾ ਕੀਤਾ, ਜਿਸ ਅਨੁਸਾਰ ਮੈਂ ਡਾਂਸ ਬਾਰ 'ਚ ਨੱਚਣਾ ਬੰਦ ਕਰ ਦਿੱਤਾ। ਜੇ ਕਿਤੇ ਉੱਥੇ ਜਾਣ ਦਾ ਮਨ ਲਲਚਾਉਂਦਾ ਤਾਂ ਮੈਂ ਆਪਣੇ ਮਨ ਨੂੰ ਰੋਕ ਲੈਂਦੀ। ਸ਼ਿਸ਼ਟਾਚਾਰੀ ਬਣ ਰਹੀ ਸੀ। ਮੈਂ ਟਾਕਿੰਗ ਕਲਾਸਾਂ ਦੀ ਮੈਂਬਰ ਬਣਨਾ ਚਾਹੁੰਦੀ ਸੀ। ਸ਼ਬਦ ਸੰਵਾਦ ਮੇਰੇ ਲਈ ਮੁੱਖ ਸੀ। ਇਹ ਕਿਤੇ ਵੀ ਹੋਵੇ, ਸੰਸਥਾ ਦਾ ਹੀਜੜਾ ਜਾਂ ਕੰਪਨੀ ਦਾ ਚੇਅਰਮੈਨ ਜਾਂ ਪ੍ਰੋਜੈਕਟ ਫੰਡ ਵਜੋਂ ਕਿਵੇਂ ਵਿਵਹਾਰ ਕਰਨਾ, ਮੈਂ ਉਸ ਨਾਲ ਸੰਵਾਦ ਕਰਨਾ ਚਾਹੁੰਦੀ। ਇਹ ਖੇਤਰ ਮੇਰਾ ਥੀਏਟਰ ਦਾ ਸੀ। ਡਾਂਸਰ ਵਜੋਂ ਮੈਂ ਪੇਸ਼ ਕਰਤਾ ਸੀ। ਇੱਥੇ ਮੈਂ ਪੇਸ਼ਕਾਰੀ ਕਰਦੀ ਸੀ ਤੇ ਆਪਣੇ ਸਰੋਤਿਆਂ ਤੋਂ ਆਪਣੇ ਕਹੇ ਦਾ ਜਵਾਬ ਲੈਂਦੀ। ਮੈਂ ਜੋ ਕਰਦੀ ਸੀ ਉਸ ਨਾਲ ਮੇਰਾ ਪਿਆਰ ਸੀ। ਮੇਰੀ ਅਵਾਰਡ ਤੋਂ ਬਾਅਦ ਮੁੰਬਈ ਡਿਸਟ੍ਰਿਕਟ ਕੰਟਰੋਲ ਸੁਸਾਇਟੀ ਵਿਖੇ ਪੇਸ਼ਕਾਰੀ ਸੀ। ਮੈਂ ਇੱਕ ਵਾਰ ਫਿਰ ਸਰੋਤਿਆਂ ਨੂੰ ਲਾਜਵਾਬ ਕਰ ਦਿੱਤਾ ਸੀ। ਮੇਰਾ ਕੰਮ ਮੈਨੂੰ ਮੁੰਬਈ ਦੇ ਬਦਨਾਮ ਇਲਾਕੇ ਰੈੱਡ ਲਾਈਟ ਜ਼ਿਲ੍ਹੇ ਕਾਮਤੀਪੁਰਾ ਲੈ ਗਿਆ ਸੀ। ਡੈਲੀਗੇਟ ਵਜੋਂ ਜਾਣ ਦੀ ਬਜਾਏ ਮੈਂ ਉੱਥੇ ਇੱਕ ਵੇਸਵਾ ਵਜੋਂ ਗਈ। ਦਿੱਲੀ ਤੋਂ ਉੱਥੇ ਟੀਮ ਸੰਸਥਾ ਦੇ ਕੰਮਾਂ ਦਾ ਨਿਰੀਖਣ ਕਰਨ ਆਈ ਸੀ। ਜਿਨ੍ਹਾਂ ਨਾਲ ਮੈਂ ਆਈ ਸੀ, ਜੀਨਤ ਹੀਜੜਾ ਉੱਥੇ ਰਹਿੰਦੀ ਸੀ, ਸਾਡੇ ਕੋਲ ਆਇਆ ਕਰਦੀ ਸੀ। ਉਹ ਆਪਣੇ ਕਈ ਡਰਾਂ ਸ਼ੰਕਿਆਂ ਬਾਰੇ ਮੇਰੇ ਨਾਲ ਗੱਲ ਕਰਦੀ, ਪਰ ਉਹਦਾ ਸਿਧਾਂਤਕ ਗਿਆਨ ਸੀ। ਪਰ ਹੁਣ ਮੈਂ ਗੰਦਗੀ ਤੇ ਬਦਬੂਦਾਰ ਇਲਾਕੇ ਨੂੰ ਆਪਣੇ ਅੱਖੀਂ ਵੇਖਿਆ। ਮੈਂ ਦੰਗ ਰਹਿ ਗਈ। ਜਿਸ ਕਮਰੇ 'ਚ ਵੇਸਵਾਵਾਂ ਰਹਿੰਦੀਆਂ, ਉਹ ਪਿੰਜਰੇ ਦੀਆਂ ਸਲਾਖਾਂ ਵਾਂਗ ਸੀ, ਜਿਨ੍ਹਾਂ 'ਚੋਂ ਹਵਾ ਤੇ ਰੌਸ਼ਨੀ ਆਉਂਦੀ ਸੀ। ਹਰੇਕ ਸਲਾਖ ਕਈ ਗਾਹਕਾਂ ਦੀ ਵੰਡ ਕਰ ਦਿੰਦੀ। ਕਮਰੇ 'ਚ ਦੁਰਗੰਧ ਫੈਲੀ ਰਹਿੰਦੀ। ਅਜਿਹੀਆਂ ਹਾਲਤਾਂ 'ਚ ਕੁੜੀਆਂ ਜਿਸਮ ਵੇਚਦੀਆਂ। ਇਸ ਨੇ ਮੇਰੇ ਅੰਦਰ ਘਬਰਾਹਟ ਪੈਦਾ ਕੀਤੀ। ਮੈਂ ਸੋਚਦੀ ਕਿ ਸੈਕਸ ਹਮੇਸ਼ਾ ਆਨੰਦਦਾਇਕ ਹੁੰਦਾ ਜਦੋਂ ਥਾਵਾਂ ਖੂਬਸੂਰਤ ਹੋਣ। ਇੱਥੇ ਗੰਦਗੀ ਸੀ, ਕਰੂਪਤਾ ਸੀ, ਇੱਥੋਂ ਤੱਕ ਕਿ ਕੋਈ ਹਿਲਜੁਲ ਨਹੀਂ ਸੀ ਕਰ ਸਕਦਾ। ਕੁੜੀਆਂ ਅਜਿਹੀ ਥਾਂ ਦੀ ਵਰਤੋਂ ਕਰਦੀਆਂ ਸੀ ਜਿਵੇਂ ਦਫ਼ਤਰੀ ਕਲਰਕ ਆਪਣੇ ਰੋਜ਼ਾਨਾ ਦੇ ਕੰਮ ਕਾਜ ਤੋਂ ਉਕਤਾ ਜਾਂਦਾ ਹੈ, ਪਰ ਕਲਰਕ ਘੱਟੋ ਘੱਟ ਹੜਤਾਲ ਤਾਂ ਕਰ ਸਕਦਾ ਹੈ। ਕੀ ਕੁੜੀਆਂ ਕੋਲ ਵੀ ਵਿਰੋਧ ਦਾ ਅਧਿਕਾਰ ਹੈ? ਇਹ ਗੁਲਾਮ ਮਜ਼ਦੂਰੀ ਨਾਲੋਂ ਵੀ ਮਾੜੀ ਹਾਲਤ ਸੀ। ਮੈਂ ਗਾਹਕਾਂ ਵੱਲ ਵੇਖਿਆ। ਇੱਕ ਦੇ ਦਾੜੀ ਰੱਖੀ ਸੀ, ਦੂਜੇ ਮੇਰੇ ਤੋਂ ਵੱਡੀ ਉਮਰ ਦਾ ਸੀ, ਇੱਕ ਹੋਰ ਦੇ ਸਿਰ 'ਤੇ ਪੱਗ ਸੀ। ਉਹ ਸਾਰੇ ਧਰਮਾਂ ਤੇ ਸਾਰੀਆਂ ਉਮਰ ਗਰੁੱਪਾਂ ਦੇ ਸਨ। ਕੁਝ ਆਪਣੀ ਪਹਿਚਾਣ ਛੁਪਾਉਣ ਲਈ ਆਪਣੇ ਚਿਹਰੇ ਲੁਕਾਉਂਦੇ ਸਨ, ਕੁਝ ਵਧੇਰੇ ਆਕੜ ਕੇ ਚੱਲਦੇ ਜਿਵੇਂ ਸਾਰੀ ਗਰਮੀ ਲਾਤੀ ਹੋਵੇ। ਉਹ ਸਾਰੇ ਹਾਈਪੋਕਰੇਟ ਸਨ। ਉਹ ਵੇਸਵਾ ਨੂੰ ਭੋਗਦੇ, ਫਿਰ ਆਪਣੀਆਂ ਪਤਨੀਆਂ, ਮਾਵਾਂ, ਪੁੱਤਰਾਂ ਤੇ ਧੀਆਂ ਕੋਲ ਇੱਕ ਆਦਰਯੋਗ ਸੁਸਾਇਟੀ ਦੇ ਹਿੱਸੇ 'ਚ ਵਾਪਸ ਚਲੇ ਜਾਂਦੇ। ਮੇਰਾ ਸਿਰ ਚੱਕਰਾ ਗਿਆ। ਮੇਰੇ ਅੰਦਰ ਸਮਾਜ ਸੇਵੀ ਭਾਵਨਾ ਨੇ ਹਿਲਜੁਲ ਕੀਤੀ। ਮੈਂ ਨਹੀਂ ਸੀ ਸੋਚਿਆ ਮੈਂ ਇਕੱਲੀ ਇਸ ਸਿਸਟਮ ਨੂੰ ਬਦਲ ਸਕਦੀ ਹਾਂ, ਪਰ ਮੈਂ ਕੁਝ ਕਰ ਸਕਦੀ ਹਾਂ। ਮੈਂ ਜੋ ਅਜੇ ਛੋਟਾ ਜਿਹਾ ਜੀਵ ਹਾਂ, ਮੈਂ ਕਾਮਤੀਪੁਰ ਦੀਆਂ ਵੇਸਵਾਵਾਂ ਦਾ ਇੱਕ ਹਿੱਸਾ ਬਣਨ ਦਾ ਫੈਸਲਾ ਲਿਆ। ਸੈਕਸ ਵਰਕਰ ਵਜੋਂ ਨਹੀਂ, ਉਹਨਾਂ ਨਾਲ ਸੰਵਾਦ ਰਚਾਉਣ ਲਈ। ਜੋ ਉਹਨਾਂ ਦਾ ਮੈਂਬਰ ਨਹੀਂ ਹੁੰਦਾ, ਉਹ ਉਹਨਾਂ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਦੀਆਂ। ਮੈਂ ਉਹਨਾਂ 'ਚ ਸ਼ਾਮਲ ਹੋ ਕੇ ਉਹਨਾਂ ਨੂੰ ਬਦਲਾਂਗੀ। ਮੈਂ ਉਸ ਦਿਨ ਤੋਂ ਕਾਮਤੀਪੁਰ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ। ਫਿਰ ਮਿਸਟਰ R ਪਾਟਿਲ ਦੀ ਘੋਸ਼ਣਾ ਹੋਈ ਕਿ ਮਹਾਰਾਸ਼ਟਰ ਦੀਆਂ ਡਾਂਸ ਬਾਰ ਨੂੰ ਬੰਦ ਕਰਤਾ ਜਾਏਗਾ। ਉਦੋਂ ਗ੍ਰਹਿ ਮੰਤਰੀ ਸਨ। ਮਾਨਯੋਗ ਮੰਤਰੀ ਅਨੁਸਾਰ ਡਾਂਸ ਬਾਰ ਜਵਾਨੀ ਨੂੰ ਖਰਾਬ ਕਰ ਰਹੇ। ਪਰ ਮੈਂ ਸੋਚਦੀ ਹਾਂ, ਜੋ ਔਰਤਾਂ ਡਾਂਸ ਬਾਰ 'ਚ ਕੰਮ ਕਰਦੀਆਂ ਉਹ ਭਾਵੇਂ ਭੁੱਖੀਆਂ ਮਰ ਜਾਣ, ਇਸ ਨਾਲ ਮਾਨਯੋਗ ਮੰਤਰੀ ਨੂੰ ਕੋਈ ਸਰੋਕਾਰ ਨਹੀਂ ਸੀ। ਅਗਲੀ ਸਵੇਰ ਜਿਉਂ ਹੀ ਮੈਂ CST ਸਟੇਸ਼ਨ ਦੇ
ਬਰਿਹਾਨ ਮੁੰਬਈ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਗਈ। ਅਜੇ ਮੈਂ ਪ੍ਰਵੇਸ਼ ਹੀ ਕੀਤਾ ਸੀ ਕਿ ਬਾਹਰ ਦੀਆਂ ਡਾਂਸਰਾਂ ਨੇ ਮੈਨੂੰ ਰੋਕ ਲਿਆ। ਉਹ CST ਦੇ ਸਾਹਮਣੇ ਆਜ਼ਾਦ ਮੇਡੀਅਨ ਵਿਖੇ ਮੰਤਰੀ ਦੇ ਫੈਸਲੇ ਦੇ ਖਿਲਾਫ ਵਿਦਰੋਹ ਕਰ ਰਹੀਆਂ ਸਨ। ਉਹਨਾਂ ਸੋਚਿਆ ਮੈਂ ਮੋਰਚੇ 'ਚ ਸ਼ਾਮਲ ਹੋਣ ਲਈ ਆਈ ਹਾਂ। ਭਾਵੇਂ ਅਸਲ 'ਚ ਮੇਰਾ ਇਹ ਵਿਚਾਰ ਨਹੀਂ ਸੀ। ਮੈਂ ਤੁਰੰਤ ਵਿਦਰੋਹ 'ਚ ਸ਼ਾਮਲ ਹੋ ਗਈ। ਮੈਂ ਖੁਦ ਬਾਰ ਡਾਂਸਰ ਤਾਂ ਸੀ ਅਤੇ ਹਰੇਕ ਬਾਰ ਡਾਂਸਰ ਦੀ ਜ਼ਿੰਦਗੀ ਦੇ ਗ੍ਰਾਫ ਬਾਰੇ ਜਾਣਦੀ ਸੀ। ਉਹਨਾਂ ਦੇ ਜਿਉਣ ਦਾ ਇੱਕੋ ਇੱਕ ਸਹਾਰਾ ਵੀ ਖੋਹ ਲਿਆ ਗਿਆ, ਉਹ ਵੀ ਇੱਕ ਮੰਤਰੀ ਨੇ ਜੋ ਖੁਦ ਇੱਕ ਆਦਮੀ ਹੈ। ਮੈਂ 100% ਬਾਰ ਡਾਂਸਰਾਂ ਨੂੰ ਵਾਪਸ ਲਿਆਉਣ ਦਾ ਫੈਸਲਾ ਕਰ ਲਿਆ। ਮੈਂ TV ਸ਼ੋਅ ਦਾ ਬਿਗ ਫਾਈਟ 'ਚ ਹਿੱਸਾ ਲਿਆ। ਨੰਗੇ ਚਿੱਟੇ ਢੰਗ ਨਾਲ ਘੋਸ਼ਣਾ ਕਰਤੀ ਕਿ R ਪਾਟਿਲ ਨੇ ਡਾਂਸ ਬਾਰ ਦੀ ਸਟੇਜ 'ਚ ਹਿੱਸਾ ਲਿਆ ਹੈ। ਹਰ ਕੋਈ ਜਾਣਦਾ ਸੀ ਕਿ ਮੇਰਾ ਐਲਾਨ ਵਿਵਾਦਤ ਹੈ, ਪਰ ਮੈਨੂੰ ਇਹਦੀ ਕੋਈ ਪਰਵਾਹ ਨਹੀਂ ਸੀ। ਬਾਰ ਡਾਂਸਰਾਂ ਅਤੇ ਮਾਲਕਾਂ ਨੇ ਸਰਕਾਰ ਦੇ ਫੈਸਲੇ ਵਿਰੁੱਧ ਅਪੀਲ ਕੀਤੀ। ਮੁੰਬਈ ਉੱਚ ਅਦਾਲਤ ਸਾਡੇ ਪੱਖ 'ਚ ਸੀ, ਪਰ ਸਰਕਾਰ ਰੋਕ ਲਾਉਣ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੀ ਸੀ। ਮੇਰੇ ਆਪਣੀ ਸੰਸਥਾ ਦੇ ਹੀਜੜਿਆਂ ਨਾਲ ਮਤਭੇਦ ਸ਼ੁਰੂ ਹੋ ਗਏ। ਉਹ ਮੇਰੀ ਨਾਮੂਰਖਤਾਪੂਰਨ ਸੋਚ ਨੂੰ ਪਸੰਦ ਨਹੀਂ ਸੀ ਕਰਦੇ। ਇੱਕ ਸਮਾਂ ਆਇਆ ਜਦੋਂ ਹਰ ਕਿਸੇ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ, ਪਰ ਉਹ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਭੱਜਦੇ ਕਿ ਅਸੀਂ ਤਾਂ ਹੀਜੜੇ ਹਾਂ, ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਮੈਂ ਬਹੁਤ ਗੁੱਸੇ 'ਚ ਆ ਜਾਂਦੀ। ਮੈਨੂੰ ਹੀਜੜਾ ਲੋਕਾਂ ਦੇ ਵਿਚਾਰਾਂ ਨਾਲ ਘਿਰਨਾ ਹੋ ਗਈ। ਮੈਂ ਉਹਨਾਂ 'ਚੋਂ ਬਾਹਰ ਆਉਣ ਦਾ ਤਰਕ ਲੱਭਿਆ। ਜਦੋਂ ਤੁਸੀਂ ਕੁਝ ਕਰਨਾ ਹੈ ਤਾਂ ਇਹ ਮਤਲਬ ਨਹੀਂ ਰੱਖਦਾ ਕਿ ਤੁਸੀਂ ਆਦਮੀ ਹੋ ਜਾਂ ਔਰਤ ਜਾਂ ਹੀਜੜੇ। ਮੈਂ ਪੁੱਛਿਆ, ਤੁਸੀਂ ਇਸ ਤਰੀਕੇ ਨਾਲ ਸਮਾਜ ਦੀ ਮੁੱਖ ਧਾਰਾ ਤੋਂ ਆਪਣੇ ਆਪ ਨੂੰ ਅਲੱਗ ਕਿਉਂ ਰੱਖ ਰਹੇ ਹੋ? ਪਰ ਹੀਜੜਿਆਂ ਨੂੰ ਮੇਰੀ ਪਹੁੰਚ ਠੀਕ ਨਾ ਲੱਗੀ। ਲਤਾ ਗੁਰੂ ਵੀ ਉਹਨਾਂ ਦੇ ਪੱਖ 'ਚ ਸੀ ਅਤੇ ਮੈਂ ਆਪਣੇ ਆਪ ਨੂੰ ਕਿਹਾ ਕਿ ਹੁਣ ਸੰਸਥਾ ਤਬਾਹ ਹੋ ਜਾਏਗੀ। ਧੰਨਵਾਦ। ਚੱਲਦਾ।